रोजाना लोक नाद टीवी का स्पैशल प्रोग्राम खबर सवेर देख रहे हो तुसी। मैं हाँ सुखविंदर सिंह सिद्धू। प्रोग्राम ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਹਾਈ ਕਮਾਨ ਦੇ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਦੇ ਅੱਗੇ ਪੇਸ਼ ਹੋਣ ਦੇ ਲਈ ਕੱਲ ਦਿੱਲੀ ਪਹੁੰਚ ਗਏ ਸੀ, ਪਰ ਕੱਲ ਉਹ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਏ ਤੇ ਅੱਜ 11 ਵਜੇ ਦੇ ਕਰੀਬ ਜਿਹੜਾ ਹੈਗਾ ਉਹ ਕਮੇਟੀ ਦੇ ਅੱਗੇ ਪੇਸ਼ ਹੋਣਗੇ। ਨਾਲ ਹੀ ਨਾਲ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਕੱਲ ਸ਼ਾਮ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਕਰੀਬੀ ਸਾਥੀਆਂ ਦੇ ਨਾਲ, ਜਿਨ੍ਹਾਂ ਦੇ ਵਿੱਚ ਕੁਝ ਵਿਧਾਇਕ, ਮੰਤਰੀ ਤੇ ਐਮਪੀਜ਼ ਵੀ ਸ਼ਾਮਿਲ ਸੀ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਗਈਆਂ। ਕਾਫੀ ਲੰਬੀਆਂ ਮੀਟਿੰਗਾਂ ਕਪੂਰਥਲਾ ਹਾਊਸ ਦੇ ਵਿੱਚ ਚੱਲੀਆਂ। ਕੀ ਕੁਝ ਗੱਲਾਂ ਬਾਤਾਂ ਹੋਈਆਂ, ਕੀ ਕੁਝ ਜਾਣਨ ਦੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਸਾਥੀਆਂ ਤੋਂ ਕੋਸ਼ਿਸ਼ ਕੀਤੀ ਗਈ, ਇਹ ਵੀ ਤੁਹਾਨੂੰ ਦੱਸਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਖਬਰਾਂ ਨਿਕਲ ਕੇ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜੀ ਵਿਧਾਇਕਾਂ, ਮੰਤਰੀਆਂ ਅਤੇ ਐਮਪੀਜ਼ ਦੀ ਜਿਹੜੀ ਰਿਪੋਰਟ ਹੈ ਕਮੇਟੀ ਦੇ ਵੱਲੋਂ ਤਿਆਰ ਕੀਤੀ ਗਈ ਸੀ ਮੀਟਿੰਗ ਕਰਕੇ, ਉਹ ਸ਼ਾਇਦ ਹੁਣ ਰਾਹੁਲ ਗਾਂਧੀ ਨੂੰ ਸੌਂਪ ਦਿੱਤੀ ਗਈ ਹੈ। ਕੀ ਕੁਝ ਇਸ ਰਿਪੋਰਟ ਦੇ ਵਿੱਚ ਲਿਖਿਆ ਗਿਆ, ਕਿਹਦੇ ਹੱਕ ਦੇ ਵਿੱਚ ਤੇ ਕਿਹਦੇ ਵਿਰੋਧ ਦੇ ਵਿੱਚ ਲਿਖਿਆ ਗਿਆ, ਇਹ ਵੀ ਤੁਹਾਨੂੰ ਦੱਸਾਂਗੇ। ਤੇ ਇਸ ਪ੍ਰੋਗਰਾਮ ਦੇ ਇਹਨਾਂ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। बहुत बहुत धन्यवाद, मेहरबानी, शुक्रिया सुखविंदर जी। ਡਾਕਟਰ ਸਾਹਿਬ, ਆਪਾਂ ਸ਼ੁਰੂਆਤ ਇੱਥੋਂ ਹੀ ਕਰੀਏ। ਕੈਪਟਨ ਅਮਰਿੰਦਰ ਸਿੰਘ ਤੇ ਹੈ ਅੱਜ ਦਿੱਲੀ ਪਹੁੰਚ ਚੁੱਕੇ ਨੇ। ਕੱਲ ਦੇ ਵੈਸੇ ਤਾਂ ਉਹ ਦਿੱਲੀ ਪਹੁੰਚੇ ਹੋਏ ਨੇ ਤੇ ਅੱਜ ਕਮੇਟੀ ਦੇ ਅੱਗੇ ਮੁਲਾਕਾਤ ਕਰਨਗੇ, ਪਰ ਉਸ ਤੋਂ ਪਹਿਲਾਂ ਗੱਲ ਇਹ ਤੇ ਕਰ ਲਈਏ ਕਿ ਉਹਨਾਂ ਦੇ ਵੱਲੋਂ ਕੱਲ ਕੁਝ ਕਰੀਬੀ ਸਾਥੀਆਂ ਦੇ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਨੇ। ਉਹਨਾਂ ਦੇ ਵਿੱਚ ਵਿਜੇ ਇੰਦਰ ਸਿੰਗਲਾ ਸੀ, ਉਹਨਾਂ ਦੇ ਵਿੱਚ ਮਨੀਸ਼ ਤਿਵਾੜੀ ਸੀ, ਗੁਰਜੀਤ ਔਜਲਾ ਸੀਗੇ, ਰਾਜਕੁਮਾਰ ਵੇਰਕਾ ਸੀਗੇ, ਰਾਣਾ ਗੁਰਮੀਤ ਸਿੰਘ ਸੋਢੀ ਸੀ ਤੇ ਕੈਪਟਨ ਸੰਦੀਪ ਸਿੰਘ ਸੰਧੂ ਸੀ, ਹੋਰ ਵੀ ਸੀ ਕੁਝ ਸਾਥੀ ਉਹਨਾਂ ਦੇ ਨਾਲ ਉਹਨਾਂ ਵੱਲੋਂ ਬੈਠਕਾਂ ਕੀਤੀਆਂ ਗਈਆਂ। ਕੀ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੀਟਿੰਗ ਦੇ ਵਿੱਚ ਜਦੋਂ ਤੁਸੀਂ ਗਏ ਤਾਂ ਕੀ ਕੁਝ ਉੱਥੇ ਪੁੱਛਿਆ ਜਾ ਰਿਹਾ ਸੀ, ਪਰਿਸਥਿਤੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਹੋਣਾ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ, ਜਾਂ ਹੋਰ ਵੀ ਕੁਝ ਗੱਲਾਂ ਬਾਤਾਂ? ਸੁਖਵਿੰਦਰ ਜੀ, ਦੇਖੋ, ਜਦੋਂ ਵੀ ਕੋਈ ਮੁੱਖ ਮੰਤਰੀ ਇਦਾਂ ਦੀ ਕੋਈ ਮੀਟਿੰਗ ਦੇ ਵਿੱਚ ਪੇਸ਼ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਹ ਸਾਰੀਆਂ ਚੀਜ਼ਾਂ ਨੂੰ ਘੋਖਣ ਦੀ, ਪੜਤਾਲਣ ਦੀ ਕੋਸ਼ਿਸ਼ ਕਰਦਾ ਹੈ। ਉਹੀ ਕੰਮ ਕੈਪਟਨ ਸਾਹਿਬ ਨੇ ਕੀਤਾ ਹੈ। ਉਹਨਾਂ ਨੇ ਬਹੁਤ ਹੀ ਜਿਹੜੇ ਆਪਣੇ ਕਰੀਬੀ ਸੀਗੇ, ਖਾਸ ਤੌਰ ਤੇ ਜਿਹੜੀ ਉਹਨਾਂ ਦੀ ਕੋਟਰੀ ਸਮਝੀ ਜਾਂਦੀ ਹੈ, ਉਹਦੇ ਨਾਲ ਵਿਸ਼ੇਸ਼ ਤੌਰ ਤੇ ਉਹਨਾਂ ਨੇ ਮੁਲਾਕਾਤਾਂ ਕੀਤੀਆਂ। ਔਰ ਇਹਨਾਂ ਦਾ ਜਿਹੜਾ ਕੰਮ ਸੀਗਾ, ਬੁਨਿਆਦੀ ਤੌਰ ਤੇ ਤੁਸੀਂ ਇਹਨਾਂ ਦੇ ਜਿਹੜੇ ਬਿਆਨ ਬਾਹਰ ਆਏ, ਖਾਸ ਤੌਰ ਤੇ ਮਨੀਸ਼ ਤਿਵਾੜੀ ਹੋਰਾਂ ਦਾ ਜਾਂ ਹੋਰ ਇਦਾਂ ਦੇ ਲੀਡਰਾਂ ਦਾ, ਜਦੋਂ ਉਹਨਾਂ ਨੇ ਬਾਹਰ ਆ ਕੇ ਦੱਸਿਆ, ਉਹਨਾਂ ਨੇ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ, ਕੋਈ ਇਦਾਂ ਦੀ ਸਮੱਸਿਆ ਨਹੀਂ ਹੈ। ਜਿਹੜੇ ਮਾੜੇ ਮੋਟੇ ਝਗੜੇ ਕਿਸੇ ਵੇਲੇ ਪੈਦਾ ਹੋ ਗਏ ਸੀਗੇ, ਉਹ ਹੌਲੀ ਹੌਲੀ ਜਿਹੜੇ ਨੇ ਹੁਣ ਹੱਲ ਕਰ ਲਏ ਜਾਣਗੇ। ਇਸ ਕਰਕੇ ਜਿਹੜੀ ਲੋਕਾਂ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਾਂਗਰਸ ਦੇ ਵਿੱਚ ਕੋਈ ਇਦਾਂ ਦੀ ਦਿੱਕਤ ਨਹੀਂ ਆ ਰਹੀ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਰਹਿਨੁਮਾਈ ਦੇ ਵਿੱਚ ਸਭ ਕੁਝ ਠੀਕ ਹੋ ਜਾਏਗਾ ਔਰ ਇਦਾਂ ਹੀ ਚੱਲੇਗਾ ਜਿਵੇਂ ਪਹਿਲਾਂ ਚੱਲ ਰਿਹਾ ਸੀਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਸਾਹਮਣੇ ਆਈਆਂ ਬਾਅਦ ਦੇ ਵਿੱਚ। ਪਰ ਬੁਨਿਆਦੀ ਗੱਲ ਇਹ ਸਮਝਣ ਵਾਲੀ ਹੈ ਸੁਖਵਿੰਦਰ ਜੀ ਕਿ ਜਿਹੜੀ ਇਸ 3 ਦਿਨਾਂ ਤੋਂ ਲਗਾਤਾਰ ਇਸ ਮੀਟਿੰਗ ਦੇ ਵਿੱਚ ਘੋਖ ਪੜਤਾਲ ਹੋ ਰਹੀ ਹੈ, ਜਾਂਚ ਚੱਲ ਰਹੀ ਹੈ ਔਰ ਪੁੱਛਗਿੱਛ ਚੱਲ ਰਹੀ ਹੈ, ਇਹਦੇ ਵਿੱਚ ਬਹੁਤ ਸਾਰੇ ਜਿਹੜੇ ਵਿਧਾਇਕ ਨੇ, ਖਾਸ ਤੌਰ ਤੇ ਜੇ ਆਪਾਂ ਕਹੀਏ ਕਿ 80% ਵਿਧਾਇਕ, ਜੇ ਆਪਾਂ ਕਹੀਏ 80 ਦੇ ਵਿੱਚੋਂ 60 ਜਿਹੜੇ ਵਿਧਾਇਕ ਨੇ, ਉਹਨਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਜਾ ਕੇ ਆਪਣੀ ਜਿਹੜੇ ਹੈ ਨੇ ਵਿਚਾਰ, ਆਪਣੇ ਜਿਹੜੇ ਗੱਲਾਂ ਉਹਨਾਂ ਨੇ ਕੀਤੀਆਂ ਨੇ। ਸੋ ਇਸ ਕਰਕੇ ਕਿਤੇ ਨਾ ਕਿਤੇ ਕੈਪਟਨ ਸਾਹਿਬ ਦਾ ਜਿਹੜਾ ਸੰਘਰਸ਼ ਹੈ ਉਹ ਡੋਲਦਾ ਨਜ਼ਰ ਆ ਰਿਹਾ ਹੈ। ਜੇ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਮਝਣ ਦੀ ਕੋਸ਼ਿਸ਼ ਕਰੀਏ ਕਿ 60 ਵਿਧਾਇਕ ਜਿਹੜੇ ਨੇ, ਬਹੁਤ ਵੱਡੀ ਗੱਲ ਹੁੰਦੀ ਹੈ ਕਿ 80 ਦੇ ਵਿੱਚੋਂ 60 ਵਿਧਾਇਕ ਕਿਸੇ ਮੁੱਖ ਮੰਤਰੀ ਦੇ ਖਿਲਾਫ ਭੁਗਤਣਾ ਔਰ ਉਹਨਾਂ ਦੇ ਖਿਲਾਫ ਗਵਾਹੀ ਦੇਣਾ ਔਰ ਉਹਨਾਂ ਦੇ ਕੰਮਾਂ ਦੇ ਉੱਤੇ ਇਤਰਾਜ਼ ਖੜੇ ਕਰਨੇ, ਇਹ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਹੈ। ਇਸੇ ਕਰਕੇ ਕੱਲ ਬੀਜੇਪੀ ਵਾਲਿਆਂ ਨੇ ਇਹ ਗੱਲ ਰੱਖੀ ਹੈ ਰਾਜਪਾਲ ਦੇ ਲਈ ਕਿ ਉਹਨਾਂ ਨੇ ਰਾਜਪਾਲ ਨੂੰ ਇਸ ਵੇਲੇ ਜਿਹੜੀ ਹੈਗੀ ਹੈ ਦੁਬਾਰਾ ਕੈਪਟਨ ਸਾਹਿਬ ਤੋਂ ਜਿਹੜੀ ਹੈਗੀ ਹੈ ਦੁਬਾਰਾ ਗਿਣਤੀ ਕਰਾਉਣੀ ਚਾਹੀਦੀ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਤੌਰ ਤੇ ਬੁਲਾਉਣਾ ਚਾਹੀਦਾ ਹੈ ਔਰ ਉੱਥੇ ਆਪਣੀ ਜਿਹੜੀ ਕੈਪਟਨ ਸਾਹਿਬ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਨਾਲ ਕਿੰਨੇ ਕੁ ਵਿਧਾਇਕ ਨੇ, ਕਿੰਨੇ ਕੁ ਟੁੱਟ ਚੁੱਕੇ ਨੇ, ਉਹਦੀ ਉਹ ਆਪਣੀ ਸਪਸ਼ਟੀਕਰਨ ਕਰਨ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ 60 ਵਿਧਾਇਕਾਂ ਨੇ ਸਵਾਲ ਚੁੱਕੇ ਨੇ ਕੈਪਟਨ ਸਾਹਿਬ ਦੇ ਉੱਤੇ, ਇਹ ਲਾਜ਼ਮੀ ਤੌਰ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਕਟ ਜਿਹੜਾ ਹੈਗਾ ਵੱਡਾ ਕੈਪਟਨ ਸਾਹਿਬ ਦੇ ਲਈ ਖੜਾ ਕਰਨਗੇ।
ਸੋ ਹੁਣ ਬੇਸ਼ੱਕ ਕੋਸ਼ਿਸ਼ ਕੈਪਟਨ ਸਾਹਿਬ ਕਰ ਰਹੇ ਨੇ ਆਪਣੇ ਵੱਲੋਂ, ਇਸ ਸਾਰੀ ਚੀਜ਼ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੱਲ ਉਹਨਾਂ ਨੇ 3 ਆਮ ਆਦਮੀ ਵਿਧਾਇਕ ਦੇ ਵੀ ਕਿ ਉੱਥੇ ਕਿਹੜੀਆਂ ਗੱਲਾਂ ਮੇਰੇ ਖਿਲਾਫ ਜਾ ਰਹੀਆਂ ਨੇ, ਕਿਸ ਤਰੀਕੇ ਦੇ ਨਾਲ ਜਵਾਬ ਉੱਥੇ ਦੇਣੇ ਆ, ਇਹ ਸਾਰੀ ਰਣਨੀਤੀ ਤਿਆਰ ਕੀਤੀ ਗਈ ਹੋਣੀ ਆ। ਇੱਕ ਗੱਲ ਇਹ ਵੀ ਸੀਗੀ, ਕਹਿੰਦੇ ਕਿ ਜਿਹੜੇ ਵਿਧਾਇਕਾਂ ਦੀ ਉੱਥੇ ਜਿਹੜੇ ਮੰਤਰੀਆਂ ਦੇ ਜਿਹੜੇ ਮਿਨਿਸਟਰਸ ਬਦਲੇ ਜਾ ਸਕਦੇ ਆ, ਮਿਨਿਸਟਰੀਆਂ ਬਦਲੀਆਂ ਜਾ ਸਕਦੀਆਂ, ਉਸ ਨਾਲ ਰਿਲੇਟਡ ਵੀ ਇਹ ਮੀਟਿੰਗਾਂ ਹੋ ਸਕਦੀਆਂ ਨੇ ਆਪਣੇ ਕਰੀਬੀਆਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਬਿਲਕੁਲ, ਮੈਨੂੰ ਇਹ ਲੱਗਦਾ ਹੈ ਸੁਖਵਿੰਦਰ ਜੀ ਕਿ ਅਜੇ ਜਿਹੜੇ ਮਿਨਿਸਟਰਾਂ ਦੀ ਜਿਹੜੀ ਬਦਲਾਅ ਹੈ ਉਹ ਹਜੇ ਨਹੀਂ ਕਰਨਗੇ, ਕਿਉਂਕਿ ਐਡਾ ਵੱਡਾ ਰਿਸਕ ਨਹੀਂ ਲੈ ਸਕਦੇ, ਕਿਉਂਕਿ ਇਸ ਵੇਲੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉੱਥੇ ਰਾਬਤਾ ਕਾਇਮ ਕੀਤਾ ਜਾ ਰਿਹਾ ਦਿੱਲੀ ਦੇ ਨਾਲ, ਕਿਉਂਕਿ ਉੱਥੇ ਬੈਠਕਾਂ ਤੋਂ ਬਾਅਦ ਕੋਈ ਵੀ ਮੰਤਰੀ ਕਹਿੰਦੇ ਪੰਜਾਬ ਪਰਤਿਆ ਨਹੀਂ, ਪੰਜਾਬ ਭਵਨ ਹੀ ਡੇਰੇ ਲਾਈ ਬੈਠੇ ਨੇ, ਉਹਨਾਂ ਨੂੰ ਡਰ ਹੈ ਕਿਤੇ ਸਾਡੀਆਂ ਮਿਨਿਸਟਰੀਆਂ ਜਿਹੜੀਆਂ ਨਾ ਬਦਲੀਆਂ ਜਾਣ। ਜੀ, ਮੈਂ ਇਹੀ ਗੱਲ ਕਹਿ ਰਿਹਾ ਕਿ ਮੌਕਾ ਦੇਣ ਦੇ ਲਈ ਵੀ ਉਹਨਾਂ ਦੇ ਵੱਲੋਂ ਇੱਕ ਕਦਮ ਚੁੱਕਿਆ ਜਾ ਸਕਦਾ ਹੈ। ਜੀ, ਇਹਦੇ ਵਿੱਚ ਇਹ ਹੋਏਗਾ ਸੁਖਵਿੰਦਰ ਜੀ, ਜੇਕਰ ਅੱਜ ਉਹ ਇਸ ਚੀਜ਼ ਨੂੰ ਬਦਲਦੇ ਨੇ ਜਾਂ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਖਿਲਾਫ ਜਿਹੜੇ ਮਿਨਿਸਟਰ ਨੇ ਉਹ ਭੁਗਤੇ ਨੇ ਔਰ ਉਹਨਾਂ ਨੂੰ ਮੈਂ ਬਦਲਾਂਗਾ, ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜੇ ਨੇ ਕੈਪਟਨ ਸਾਹਿਬ ਐਡਾ ਵੱਡਾ ਰਿਸਕ ਕਦੇ ਵੀ ਨਹੀਂ ਲੈਣਗੇ, ਕਿਉਂਕਿ ਇਸ ਵੇਲੇ ਬਿਲਕੁਲ ਐਜ ਤੇ ਨੇ ਉਹ, ਜਾਂ ਮਤਲਬ ਇੱਧਰ ਜਾਂ ਉੱਧਰ ਜਾਂ ਕੁਝ ਵੀ ਹੋ ਸਕਦਾ ਹੈ ਕਿ ਜੇ ਹਾਈ ਕਮਾਂਡ ਦਾ ਜਿਹੜਾ ਆਰਡਰ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜੀ ਬਦਲਾਅ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਹਾਂ, ਇੱਕ ਕੰਮ ਹੋ ਸਕਦਾ ਹੈ ਕਿ ਮਿਨਿਸਟਰਾਂ ਦੇ ਵਿੱਚ ਵਾਧਾ ਕਰ ਸਕਦੇ ਆ, ਕਿ ਜਿਹੜੇ ਮਿਨਿਸਟਰ ਨੂੰ ਲੱਗਦਾ ਹੈ ਕਿ ਇਹਨਾਂ ਨੂੰ ਵੀ ਨਾਲ ਲਾ ਕੇ ਮੈਂ ਆਪਣਾ ਗਰੁੱਪ ਜਿਹੜਾ ਹੈਗਾ ਹੋਰ ਵੱਡਾ ਕਰ ਸਕਦਾ, ਮੈਂ ਆਪਣੇ ਫਲਾਣੇ ਗਰੁੱਪ ਨੂੰ ਜਿਹੜਾ ਹੈਗਾ ਖੁਸ਼ ਕਰਨਾ ਹੈ, ਤਾਂ ਮਿਨਿਸਟਰਾਂ ਦੇ ਵਿੱਚ ਵਾਧਾ ਕਰ ਸਕਦੇ ਨੇ। ਪਰ ਜੇ ਇਹ ਸਮਝਣ ਕਿ ਇਸ ਵੇਲੇ ਕਿ ਫਲਾਣੇ ਮਿਨਿਸਟਰ ਨੂੰ ਹਟਾ ਕੇ ਮੈਂ ਨਵਾਂ ਮਿਨਿਸਟਰ ਉਹਦੀ ਜਗ੍ਹਾ ਆਪਣਾ ਬੰਦਾ ਫਿੱਟ ਕਰ ਦਾਂਗਾ, ਤਾਂ ਇਹ ਇਸ ਵੇਲੇ ਸੰਭਵ ਨਹੀਂ ਹੈ ਕੈਪਟਨ ਸਾਹਿਬ ਦੇ ਲਈ, ਕਿਉਂਕਿ ਇਸ ਵੇਲੇ ਕੈਪਟਨ ਸਾਹਿਬ ਦੀ ਬਹੁਤ ਨਾਜ਼ੁਕ ਸਟੇਜ ਚੱਲ ਰਹੀ ਹੈ ਔਰ ਉਹਨਾਂ ਨੂੰ ਵੀ ਲੱਗ ਰਿਹਾ, ਇਸ ਲਈ ਉਹ ਬਾਰ-ਬਾਰ ਮੀਟਿੰਗਾਂ ਕਰ ਰਹੇ ਨੇ ਆਪਣੇ ਸਾਥੀਆਂ ਦੇ ਨਾਲ। ਉਹਨਾਂ ਨੂੰ ਇਹੀ ਲੱਗ ਰਿਹਾ ਕਿ ਜੇ ਮੈਂ ਕਿਤੇ ਵੀ ਮਾੜੀ ਮੋਟੀ ਵੀ ਕੁਤਾਹੀ ਹੋ ਗਈ ਤਾਂ ਇਹਦਾ ਜਿਹੜਾ ਹੈਗਾ ਪੁੱਠਾ ਪਾਸਾ ਜਿਹੜਾ ਹੈਗਾ ਉਹ ਹੋ ਸਕਦਾ। ਸੋ ਮੈਨੂੰ ਇਹ ਲੱਗ ਰਿਹਾ ਹੈ ਕਿ ਇਸ ਵੇਲੇ ਜਿਹੜੀਆਂ ਮੀਟਿੰਗਾਂ ਕਰਨ ਦੀ ਜਿਹੜੀ ਉਹਨਾਂ ਦੀ ਪੂਰੀਆਂ ਕੋਸ਼ਿਸ਼ ਕਰ ਰਹੇ ਨੇ, ਉਹ ਚਾਹੇ ਵਰਚੁਅਲ ਮੀਟਿੰਗਾਂ ਹੋਣ, ਚਾਹੇ ਉਹ ਉੱਦਾਂ ਕਪੂਰਥਲਾ ਹਾਊਸ ਦੇ ਵਿੱਚ ਮੀਟਿੰਗਾਂ ਕਰ ਰਹੇ ਹੋਣ, ਉਹਨਾਂ ਤੋਂ ਉਹੀ ਉਹਨਾਂ ਦੀ ਜਿਹੜੇ ਅੰਦਰ ਡਰ ਦੀ ਭਾਵਨਾ ਹੈ ਉਹ ਸਪਸ਼ਟ ਸਾਹਮਣੇ ਆ ਰਹੀ ਹੈ। ਔਰ ਉੱਥੋਂ ਹੀ ਲੱਗਦਾ ਹੈ ਕਿ ਕੈਪਟਨ ਸਾਹਿਬ ਆਪਣੀ ਇੱਕ ਸਟ੍ਰੈਟਜੀ ਬਣਾ ਰਹੇ ਨੇ, ਕਿਉਂਕਿ ਅੱਜ ਜਿਵੇਂ ਤੁਸੀਂ ਦੱਸਿਆ ਹੈ ਕਿ ਉਹਨਾਂ ਨੇ ਪੇਸ਼ ਹੋਣਾ ਹੈ ਔਰ ਪੂਰੀ ਸਟ੍ਰੈਟਜੀ ਦੇ ਨਾਲ, ਪੂਰੀ ਤਿਆਰੀ ਦੇ ਨਾਲ, ਪੂਰੀਆਂ ਜਿਵੇਂ ਆਪਾਂ ਨੂੰ ਪਹਿਲਾਂ ਵੀ ਗੱਲ ਕੀਤੀ ਹੈ ਕਿ ਫਾਈਲਾਂ ਉਹ ਤਿਆਰ ਕਰ ਚੁੱਕੇ ਨੇ, ਫਾਈਲਾਂ ਵੀ ਉਹ ਉਹਨਾਂ ਦੇ ਸਾਹਮਣੇ ਰੱਖਣਗੇ ਕਮੇਟੀ ਦੇ, ਕਿ ਇਹ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜੋ ਉਹਨਾਂ ਨੇ ਫਾਈਲ ਤਿਆਰ ਕੀਤੀ ਹੈ ਕਿ ਕਿਹੜੇ ਸਮੇਂ ਦੇ ਵਿੱਚ ਕਿਹੜੇ ਦਿਨ ਕਿਹੜੀ ਗੱਲ ਉਹਨਾਂ ਨੇ ਟਵੀਟ ਦੇ ਰਾਹੀਂ ਜਾਂ ਆਪਣੇ ਪ੍ਰੈਸ ਕਾਨਫਰੰਸ ਦੇ ਰਾਹੀਂ ਜਾਂ ਹੋਰ ਬਾਕੀ ਤਰੀਕਿਆਂ ਦੇ ਨਾਲ। ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕਹਿੰਦੇ ਕਿ ਪੂਰੀ ਤਿਆਰੀ ਦੇ ਨਾਲ ਜਾ ਸਕਦੇ ਨੇ। ਅੱਜ ਕਰੀਬ 11 ਤੇ 12 ਵਜੇ ਦੇ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਕਹਿੰਦੇ ਉੱਥੇ ਪਹੁੰਚਣ, ਤੇ ਉਹਨਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ 80 ਦੇ ਵਿਧਾਇਕ ਤੇ ਮੰਤਰੀ ਨੇ ਉਹਨਾਂ ਦੀ ਪਾਰਟੀ ਦੇ, ਉਹਨਾਂ ਦੀਆਂ ਕਹਿੰਦੇ ਕਿ ਪੂਰੀਆਂ ਕੁੰਡਲੀਆਂ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਨੇ, ਉਹ ਦੱਸ ਸਕਦੇ ਨੇ ਕਿ ਕਿਹੜੇ ਵਿਧਾਇਕ ਕਿੱਥੇ ਮਾਈਨਿੰਗ ਕਰ ਰਹੇ ਨੇ, ਕਿੱਥੇ ਮਾਫੀਆ ਚਲਾ ਰਹੇ ਨੇ, ਕਿੱਥੇ ਕੀ ਕੁਝ ਹੋ ਰਿਹਾ ਹੈ। ਪਰ ਕਿਤੇ ਨਾ ਕਿਤੇ ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਕੱਲ ਵੀ ਇਹ ਗੱਲਾਂ ਕਰ ਚੁੱਕੇ ਹਾਂ ਕਿ ਜਿਹੜੀਆਂ ਕੁੰਡਲੀਆਂ ਕੈਪਟਨ ਅਮਰਿੰਦਰ ਸਿੰਘ ਵਿਧਾਇਕਾਂ ਤੇ ਮੰਤਰੀਆਂ ਦੀਆਂ ਉੱਥੇ ਲਿਜਾਣਾ ਚਾਹੁੰਦੇ ਨੇ ਜਾਂ ਲੈ ਕੇ ਚੱਲੇ ਨੇ, ਉਹ ਜੇਕਰ ਕੁੰਡਲੀਆਂ ਉੱਥੇ ਖੋਲਦੇ ਨੇ ਤਾਂ ਕਿਤੇ ਨਾ ਕਿਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਉੱਪਰ ਵੀ ਸਵਾਲ ਉੱਠਦਾ ਹੈ ਕਿ ਭਾਈ ਤੁਸੀਂ ਸਰਕਾਰ ਦੇ ਮੁਖੀ ਸੀ ਪਰ ਤੁਸੀਂ ਰੋਕ ਕਿਉਂ ਨਹੀਂ ਸਕੇ। ਇਸੇ ਕਰਕੇ ਤਾਂ ਲੋਕ ਫਿਰ ਤੁਹਾਡੇ ਉਲਟ ਜਾ ਰਹੇ ਨੇ। ਬਿਲਕੁਲ, ਦੇਖੋ ਇਹੀ ਗੱਲ ਤਾਂ ਆਪਾਂ ਹੀ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਇਹ ਨਹੀਂ ਕਿ ਇਕੱਲੇ ਵਿਧਾਇਕ ਹੀ ਆਵਾਜ਼ ਉਠਾ ਰਹੇ ਨੇ ਜਾਂ ਵਿਧਾਇਕ ਹੀ ਏਦਾਂ ਦੀ ਗੱਲ ਕਰ ਰਹੇ ਨੇ ਜਾਂ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ, ਇਹ ਪੰਜਾਬ ਦੀ ਆਵਾਮ ਕਰ ਰਹੀ ਹੈ। ਪੰਜਾਬ ਦੇ ਆਮ ਲੋਕ ਜਿਹੜੇ ਨੇ ਇਹਨਾਂ ਸਵਾਲਾਂ ਦੇ ਉੱਤੇ ਕੈਪਟਨ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਦੇ ਵਿੱਚ ਚਾਹੇ ਮਾਈਨਿੰਗ ਦੀ ਗੱਲ ਹੋਵੇ, ਇਹੀ ਗੱਲ ਤਾਂ ਨਵਜੋਤ ਸਿੰਘ ਸਿੱਧੂ ਲਗਾਤਾਰ ਕਹਿ ਰਹੇ ਨੇ ਕਿ ਭਾਈ ਮਾਈਨਿੰਗ ਜਿਹੜਾ ਹੈਗਾ ਮਾਫੀਆ ਇਹ ਕਿਉਂ ਨਹੀਂ ਕੰਟਰੋਲ ਹੋ ਰਿਹਾ, ਔਰ ਸ਼ਰਾਬ ਮਾਫੀਆ ਕਿਉਂ ਨਹੀਂ ਕੰਟਰੋਲ ਹੋ ਰਿਹਾ, ਲੈਂਡ ਮਾਫੀਆ ਕਿਉਂ ਨਹੀਂ ਕੰਟਰੋਲ ਹੋ ਰਿਹਾ, ਕੇਬਲ ਮਾਫੀਆ ਕਿਉਂ ਨਹੀਂ ਕੰਟਰੋਲ ਹੋ ਰਿਹਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ, ਟਰਾਂਸਪੋਰਟ ਮਾਫੀਆ ਕਿਉਂ ਨਹੀਂ ਕੰਟਰੋਲ ਹੋਇਆ, ਇਹਨਾਂ ਬਾਰੇ ਤਾਂ ਲਗਾਤਾਰ ਇਸੇ ਲਈ ਤਾਂ ਕੈਪਟਨ ਸਾਹਿਬ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਮੈਨੂੰ ਲੱਗਦਾ ਹੈ ਕਿ ਆਪਣੀਆਂ ਗਲਤੀਆਂ ਨੂੰ ਜੇ ਉਹ ਉੱਥੇ ਜਾ ਕੇ ਦੱਸਣਗੇ ਕਿ ਮੈਂ ਤਾਂ ਕੋਸ਼ਿਸ਼ ਕਰ ਰਿਹਾ ਔਰ ਇਹ ਕਿਉਂ ਨਹੀਂ ਹਟ ਰਹੇ, ਤਾਂ ਮੈਨੂੰ ਲੱਗਦਾ ਹੈ ਕਿ ਇਹ ਉਲਟਾ ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਭੁਗਤਣਾ ਪੈ ਸਕਦਾ ਹੈ। ਸੋ ਇਦਾਂ ਦੀ ਗੱਲ ਹੋ ਸਕਦਾ ਹੈ ਕਿ ਉਹ ਨਾ ਕਰਨ
ਪਰ ਇੱਕ ਪਾਸੇ ਜਦੋਂ ਅਸੀਂ ਉਹਨਾਂ ਦੀ ਕਾਰਵਾਈ ਨੂੰ ਦੇਖਦੇ ਆ 4.5 ਸਾਲ ਦੀ ਨੂੰ, ਤਾਂ ਲਾਜ਼ਮੀ ਤੌਰ ਤੇ ਇਹਦੇ ਵਿੱਚ ਨਿਰਾਸ਼ਾ ਦੀ ਗੱਲ ਜਿਹੜੀ ਹੈਗੀ ਉੱਭਰ ਕੇ ਸਾਹਮਣੇ ਆਉਂਦੀ ਹੈ। ਔਰ ਕੈਪਟਨ ਸਾਹਿਬ ਦਾ ਜੋ ਮਕਸਦ ਸੀਗਾ ਮੁੱਖ ਮੰਤਰੀ ਦੇ ਤੌਰ ਤੇ, ਕਿ ਉਹਨਾਂ ਨੇ ਜੋ ਕੰਮ ਕਰਨੇ ਸੀ, ਜੋ ਵਾਅਦੇ ਉਹਨਾਂ ਨੇ ਕੀਤੇ ਸੀਗੇ, ਇਹਦੇ 'ਚ ਤਾਂ ਕੋਈ ਦੋ ਰਾਵਾਂ ਹੈ ਨਹੀਂ ਕਿ ਉਹ ਵਾਅਦੇ ਉਹ ਨਿਭਾ ਨਹੀਂ ਸਕੇ। ਔਰ ਆਪਣਾ 4.5 ਸਾਲ ਦਾ ਕਾਰਜ ਜਿਹੜਾ ਹੈਗਾ ਉਹਨਾਂ ਨੇ ਪਹਾੜਾਂ 'ਚ ਬਹਿ ਕੇ ਫਾਰਮ ਦੇ ਉੱਤੇ ਬੈਠ ਕੇ ਜਿਹੜਾ ਹੈਗਾ ਉਹ ਇਦਾਂ ਹੀ ਬਤੀਤ ਉਹਨਾਂ ਨੇ ਕੀਤਾ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਖਾਸ ਤੌਰ ਤੇ ਜਿਹੜਾ ਕਰੋਨਾ ਦਾ ਦੌਰ ਹੈ, ਪਿਛਲੇ ਕੁਝ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਲਗਾਤਾਰ, ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ, ਉਹਦੇ ਵਿੱਚ ਵੀ ਜਿਹੜਾ ਹੈਗਾ ਗਰਾਊਂਡ ਜ਼ੀਰੋ ਦੇ ਉੱਤੇ ਉਹ ਨਹੀਂ ਪਹੁੰਚ ਸਕੇ। ਔਰ ਉੱਥੋਂ ਹੀ ਉਹਨਾਂ ਨੇ ਵਰਚੁਅਲ ਮੀਟਿੰਗਸ ਜਿਹੜੀਆਂ ਕਰਕੇ ਸਾਰਾ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕਿਤੇ ਨਾ ਕਿਤੇ ਜੇਕਰ ਹਾਈ ਕਮਾਂਡ ਜ਼ਰੂਰ ਇਹਦੇ ਬਾਰੇ ਘੋਖ ਪੜਤਾਲ ਕਰੇਗੀ, ਉਹਨਾਂ ਦੀ ਕਾਰਗੁਜ਼ਾਰੀ ਬਾਰੇ ਜਿਹੜੇ ਸਵਾਲ ਪੁੱਛੇਗੀ ਉਹਨਾਂ ਨੂੰ, ਤਾਂ ਲਾਜ਼ਮੀ ਤੌਰ ਤੇ ਉਹ ਘਿਰ ਸਕਦੇ ਨੇ। ਔਰ ਉਸ ਦੇ ਵਿੱਚ ਜਿਹੜਾ ਹੈਗਾ ਕੋਈ ਵੱਡਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ, ਜੇ ਹਾਈ ਕਮਾਂਡ ਨੇ ਇਹ ਸਾਰੀ ਚੀਜ਼ ਨੂੰ ਕੰਟਰੋਲ ਕਰਨਾ ਹੈ। ਔਰ ਇਹਦੇ ਵਿੱਚ ਜੇ ਆਪਾਂ ਕਹਿੰਦੇ ਆ ਕਿ ਕਿਉਂਕਿ ਹੁਣ 24 ਦੀਆਂ ਇਲੈਕਸ਼ਨਾਂ ਵੀ ਬਹੁਤ ਨੇੜੇ ਨੇ, ਇਹ ਵੀ ਸਮਝਣ ਦੀ ਗੱਲ ਹੈ ਕਿ ਇਸ ਮੀਟਿੰਗ ਤੋਂ ਨੈਸ਼ਨਲ ਜਿਹੜੀ ਕਾਂਗਰਸ ਹੈ, ਕਾਂਗਰਸ ਦੀ ਹਾਈ ਕਮਾਂਡ ਹੈ, ਇਹ ਵੀ ਦੱਸਣਾ ਚਾਹੁੰਦੀ ਹੈ ਕਿ ਅਸੀਂ 24 ਦੀਆਂ ਤਿਆਰੀਆਂ ਕਰ ਰਹੇ ਹਾਂ, ਅਸੀਂ ਅਗਲੇ ਵਾਰੀ 24 ਦੇ ਵਿੱਚ ਮੋਦੀ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਹੋਰ ਕੋਈ ਪਾਰਟੀ ਜਿਹੜੀ ਹੈਗੀ ਇਸ ਵੇਲੇ ਮੋਦੀ ਦੇ ਟੱਕਰ ਦੇ ਵਿੱਚ ਨਹੀਂ ਹੈਗੀ। ਸੋ ਇਸ ਕਰਕੇ ਇਸ ਮੀਟਿੰਗ ਦੇ ਰਾਹੀਂ ਉਹ ਨੈਸ਼ਨਲ ਲੈਵਲ ਤੇ ਇਹ ਵੀ ਸਾਫ਼ ਵੀ ਕਰ ਚੁੱਕੇ ਨੇ ਕਿ ਬੰਗਾਲ ਦੀਆਂ ਚੋਣਾਂ ਤੋਂ ਲੱਗਿਆ ਕਿ ਹੁਣ ਕੈਪਟਨ ਜਿਹੜੇ ਨਰਿੰਦਰ ਮੋਦੀ ਨੇ ਉਹ 2024 ਦੇ ਵਿੱਚ ਨਹੀਂ ਆਉਣਗੇ, ਜਿਹਦੇ ਕਰਕੇ ਅਸੀਂ ਹੁਣੇ ਤੋਂ ਤਿਆਰੀਆਂ ਜਿਹੜੀਆਂ ਜੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤੀਆਂ ਨੇ। ਉਹ ਵੀ ਇਸ ਮੀਟਿੰਗ ਤੋਂ ਵੀ ਦਿਖਾ ਰਹੇ ਨੇ। ਔਰ ਦੂਸਰੀ ਗੱਲ ਜਿਹੜੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਰਿਪੋਰਟਾਂ ਦੇ ਵਿੱਚ, ਉਹ ਇਹ ਹੈ ਕਿ 18 ਸਟੇਟਾਂ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਅਗਲੇ ਦਿਨਾਂ ਦੇ ਵਿੱਚ ਬਦਲੇ ਜਾ ਸਕਦੇ ਨੇ। ਔਰ ਉਹਦੇ ਵਿੱਚ ਜਿਹੜੇ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਸੀਗੀਆਂ ਕਿ ਇੱਕ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਇੱਕ ਵਿਰੋਧੀ ਧੜਾ ਹੈ G23 ਜਿਹਨੂੰ ਕਿਹਾ ਜਾਂਦਾ ਹੈ। ਔਰ ਉਹਦੇ ਵਿੱਚ ਕਾਂਗਰਸ ਦੇ ਜਿਹੜੇ ਪੁਰਾਣੇ ਟਕਸਾਲੀ ਕਾਂਗਰਸੀ ਨੇ, ਵੱਡੇ ਲੀਡਰ ਨੇ, ਨੈਸ਼ਨਲ ਲੈਵਲ ਦੇ ਲੀਡਰ ਨੇ, ਉਹ ਉਹਦੇ 'ਚ ਸ਼ਾਮਲ ਕੀਤੇ ਗਏ ਨੇ, ਸ਼ਾਮਲ ਹੈਗੇ ਨੇ। ਸੋ ਉਹਨਾਂ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਦੇਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਹੋ ਰਹੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਮੀਟਿੰਗ ਕੱਲੀ ਜਿਹੜੀ ਹੋ ਰਹੀ ਹੈ, ਇਹ ਮੀਟਿੰਗ ਕੱਲੇ ਪੰਜਾਬ ਨਾਲ ਸੰਬੰਧਿਤ ਨਹੀਂ ਹੈ। ਇਸ ਵੇਲੇ ਇਸ ਨੂੰ ਨੈਸ਼ਨਲ ਲੈਵਲ ਦੀ ਜਿਹੜੀ ਪੋਲਿਟਿਕਸ ਹੈ, ਇਸ ਨੂੰ ਜਿਹੜੀ ਨੈਸ਼ਨਲ ਲੈਵਲ ਦੀ ਜਿਹੜੀ ਕਾਂਗਰਸ ਦੀ ਜਿਹੜੀ ਅੰਦਰੂਨੀ ਖਾਨਾ ਜੰਗੀ ਹੈ, ਉਸ ਦੇ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ। ਇਹ ਇਸ ਵੇਲੇ ਕਾਂਗਰਸ ਕਿਉਂਕਿ ਬੈਕਫੁੱਟ ਤੇ ਚਲੀ ਗਈ ਹੈ, ਪਿਛਲੀਆਂ ਜਿਹੜੀਆਂ 5 ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਦੇ ਵਿੱਚ ਜੋ ਕਾਂਗਰਸ ਦੀ ਕਾਰਗੁਜ਼ਾਰੀ ਰਹੀ, ਆਪਾਂ ਨੂੰ ਪਤਾ ਹੈ ਕਿ ਬਹੁਤ ਹੀ ਮਾਈਨਸ ਦੇ ਵਿੱਚ ਉਹ ਇਸ ਵੇਲੇ ਖੜੀ ਹੈ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਕੋਸ਼ਿਸ਼ ਕਰੇਗੀ ਕਿ ਅਸੀਂ ਨੈਸ਼ਨਲ ਲੈਵਲ ਤੇ ਵੀ ਆਪਣੀ ਜਿਹੜੀ ਛਵੀ ਵਿਗੜ ਚੁੱਕੀ ਹੈ ਉਹਨਾਂ ਦੀ, ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹੀ ਗੱਲ ਜਿਹੜੀ ਹੈਗੀ ਹੈ ਇਸ 3 ਮੈਂਬਰੀ ਕਮੇਟੀ ਤੋਂ ਇੱਕ ਮੈਸੇਜ ਦੇਣ ਦੀ ਪੂਰੇ ਨੈਸ਼ਨਲ ਲੈਵਲ ਦੇ ਜਿਹੜੇ ਕਾਂਗਰਸ ਦੇ ਨੁਮਾਇੰਦੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਜਿਹੜਾ ਸਟਰਕਚਰ ਦੇ ਲੈਵਲ ਤੇ ਵੀ ਔਰ ਬਾਕੀ ਅਹੁਦੇਦਾਰੀਆਂ ਦੇ ਲੈਵਲ ਤੇ ਵੀ ਅਸੀਂ ਬਹੁਤ ਵੱਡੀਆਂ ਚੇਂਜਸ ਜਿਹੜੀਆਂ ਨੇ, ਬਦਲਾਅ ਜਿਹੜੇ ਨੇ ਉਹ ਅਸੀਂ ਕਰਨ ਜਾ ਰਹੇ ਹਾਂ। ਸੋ ਇਹ ਅੱਛੀ ਗੱਲ ਹੈ। ਅਮਰਿੰਦਰ ਸਿੰਘ ਜਿਸ ਤਰੀਕੇ ਨਾਲ ਮੀਟਿੰਗ ਤੇ ਜਾਣਗੇ, ਜਿਵੇਂ ਬਹੁਤ ਸਾਰੇ ਵਿਧਾਇਕਾਂ ਤੇ ਮੰਤਰੀਆਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਰਹੇ ਆ, ਤਾਂ ਉਵੇਂ ਹੀ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ ਤੇ ਮੇਨ ਜਿਹੜੇ ਕਿਹੜੇ ਰਹਿਣ ਵਾਲੇ ਲੀਡਰ ਨੇ? ਦੇਖੋ, ਮੇਨ ਤਾਂ ਮੁੱਖ ਤੌਰ ਤੇ ਆਪਾਂ ਨੂੰ ਵੀ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਹੀ ਰਹਿਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਮੇਰੀ ਸਾਰੀ ਪਾਰੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਨਵਜੋਤ ਸਿੰਘ ਸਿੱਧੂ ਹੈ। ਔਰ ਦੂਸਰੇ ਜੇ ਆਪਾਂ ਵੱਡੇ ਲੀਡਰ ਜੇ ਨੰਬਰ 2 ਤੇ ਰੱਖਣਾ ਹੋਵੇ, ਉਹਨੇ ਪ੍ਰਤਾਪ ਸਿੰਘ ਬਾਜਵਾ। ਉਹਨਾਂ ਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਲਗਾਤਾਰ ਮੇਰੇ ਖਿਲਾਫ ਜਿਹੜੇ ਨੇ ਆਵਾਜ਼ ਉਠਾ ਰਹੇ ਨੇ। ਫਿਰ ਦੁੱਲੋ ਸਾਹਿਬ ਨੇ, ਉਹਨਾਂ ਨੇ ਵੀ ਜਿਹੜੇ ਹੈਗੇ ਬਹੁਤ ਤੇਜ਼ੀ ਉਭਰਵੇਂ ਰੂਪ ਦੇ ਵਿੱਚ। ਫਿਰ ਪ੍ਰਗਟ ਸਿੰਘ, ਇਹ ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਵੱਡੀ ਲਿਸਟ ਹੈ ਜਿਹੜੀ ਕਿ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਕੈਪਟਨ ਸਾਹਿਬ ਨੂੰ ਘੇਰਿਆ ਜਾਏ ਔਰ ਕੈਪਟਨ ਸਾਹਿਬ ਦੇ ਉੱਤੇ ਜੈਨੂਨ ਸਵਾਲ। ਇਹ ਨਹੀਂ ਕਿ ਇਹ ਬੰਦੇ ਜਿਹੜੇ ਨੇ ਕੋਈ ਗਲਤ ਸਵਾਲ ਪੁੱਛ ਰਹੇ ਨੇ। ਇੱਕ ਤਾਂ ਹੁੰਦਾ ਨਾ ਕਿ ਕੋਈ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕੋਈ ਕਿਸੇ ਕਿਸਮ ਦੇ ਗਲਤ ਜਿਹੜੇ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਹੋਣ, ਜਾਂ ਉਹ ਤਾਂ ਸਿਰਫ ਇਹੀ ਮੰਗ ਕਰ ਰਹੇ ਨੇ ਕਿ ਭਾਈ ਜੋ ਤੁਸੀਂ ਵਾਅਦੇ ਕੀਤੇ ਸੀਗੇ, ਜਿਸ ਵਾਅਦੇ ਦੇ ਨਾਲ ਤੁਸੀਂ 17 ਦੇ ਵਿੱਚ ਸੱਤਾ ਸੰਭਾਲੀ ਸੀਗੀ ਕੈਪਟਨ ਸਾਹਿਬ ਨੇ, ਕੀ ਉਹ ਉਹਨਾਂ ਵਾਅਦਿਆਂ ਦੇ ਵਿੱਚੋਂ ਕਿੰਨੇ ਕੁ ਪੂਰੇ ਹੋਏ, ਕਿੰਨੇ ਕੁ ਰਹਿ ਗਏ? ਜਿਹੜੇ ਪੂਰੇ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ, ਜੇ ਔਰ ਪੂਰੇ ਕਿਉਂ, ਉਹਦੇ ਵਿੱਚ ਕਾਰਨ ਕਿਹੜੇ ਆਏ? ਔਰ ਖਾਸ ਤੌਰ ਤੇ ਜਿਹੜੇ ਬਰਗਾੜੀ ਵਰਗੇ ਮਸਲੇ ਜਿਹੜੇ ਨੇ ਉਹ ਵੀ ਇਹਨਾਂ ਨੇ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੇ ਵਿਰੋਧੀ ਧਿਰ ਜਿਹਨੂੰ ਅਸੀਂ ਮੰਨਦੇ ਹਾਂ ਇਸ ਵੇਲੇ ਕੈਪਟਨ ਸਾਹਿਬ ਦੀ,
ਉਹਨੇ ਬਹੁਤ ਹੀ ਬੁਨਿਆਦੀ ਸਵਾਲ ਜਿਹੜੇ ਨੇ ਕੈਪਟਨ ਸਾਹਿਬ ਨੂੰ ਕੀਤੇ ਨੇ, ਔਰ ਜਿਹਦੇ ਕਰਕੇ ਇਹ ਸਾਰਾ ਰੇੜਕਾ ਪੈਦਾ ਹੋਇਆ। ਔਰ ਇਹ ਮੈਨੂੰ ਲੱਗਦਾ ਕਿ ਜੇ ਇਹ ਸਵਾਲ ਪੁੱਛਣਾ ਕੋਈ ਕੈਪਟਨ ਸਾਹਿਬ ਨੂੰ ਇਹ ਗਵਾਰਾ ਨਹੀਂ ਹੈ, ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਦੀ ਜਿਹੜੀ ਸਹਿਨ ਸ਼ਕਤੀ ਹੈ, ਜਿਹੜੀ ਸਵਾਲਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਕਿੱਥੇ ਤਾਂ ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਜਿਹੜੇ ਮੇਰੇ ਖਿਲਾਫ ਸਵਾਲ ਉੱਠ ਰਹੇ ਨੇ, ਮੈਂ ਉਹਨਾਂ ਨਾਲ ਗੱਲਬਾਤ ਕਰਾਂ, ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਦੇਵਾਂ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂ। ਦੂਜੇ ਪਾਸੇ ਇਹਨਾਂ ਨੇ ਕੀ ਕੀਤਾ ਕਿ ਆਪਣਾ ਜਿਹੜਾ ਰਜਵਾੜਾ ਸ਼ਾਹੀ ਰਵੱਈਆ ਹੈ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਔਰ ਉਤੋਂ ਸਤਮ ਇਹ ਹੋਇਆ ਕਿ ਪ੍ਰਗਟ ਸਿੰਘ ਹੋਰਾਂ ਨੂੰ ਜਿਹੜੇ ਇੱਕ ਚੰਗੇ ਇਨਸਾਨ ਦੇ ਤੌਰ ਤੇ ਮੰਨੇ ਜਾਂਦੇ ਨੇ, ਇੱਕ ਹਿੰਦੁਸਤਾਨ ਦੇ ਭਾਰਤ ਦੇ ਕੈਪਟਨ ਰਹੇ ਨੇ, ਉਹਨਾਂ ਨੂੰ ਵੀ ਜਿਹੜਾ ਹੈਗਾ ਧਮਕੀਆਂ ਦਿੱਤੀਆਂ ਗਈਆਂ। ਵਿਜੀਲੈਂਸ ਦੀਆਂ ਜਿਹੜੀਆਂ ਸੀਗੀਆਂ ਇਹ ਕੋਸ਼ਿਸ਼ ਕੀਤੀ ਗਈ ਕਿ ਵਿਜੀਲੈਂਸ ਤੋਂ ਜਿਹੜਾ ਹੈਗਾ ਇਹਨਾਂ ਦੇ ਉੱਤੇ ਰੇਡ ਪਵਾਈ ਜਾਵੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਰਹੀ ਹੈ ਆਪਣੇ ਵਿਰੋਧੀਆਂ ਦੇ ਖਿਲਾਫ, ਉਹ ਕੋਈ ਬਹੁਤੀ ਚੰਗੀ ਨਹੀਂ ਰਹੀ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਕਿ ਇਦਾਂ ਦੀ ਜਿਹੜੀ ਹੈਗੀ ਆ ਗੁੱਸੇਖੋਰੀ, ਉਹਨਾਂ ਦੀ ਰਾਜਨੀਤੀ ਸਾਹਮਣੇ ਆਏ। ਸੋ ਉਸ ਤੋਂ ਜਿਹੜਾ ਹੈਗਾ ਹੋਰ ਖਰਾਬ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ। ਔਰ ਕਾਂਗਰਸ ਦੇ ਵਿੱਚ ਜਿਵੇਂ ਹੁਣ ਕੱਲ 3 ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਸ਼ਾਮਲ ਕੀਤੇ ਗਏ ਨੇ ਕਾਂਗਰਸ ਨੇ ਘਰੇ। ਕੈਪਟਨ ਸਾਹਿਬ ਨੇ ਇੱਕ ਪੱਤਾ ਜਿਹੜਾ ਹੈਗਾ ਕਿ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਕੀ ਹੋਏਗਾ, ਇਹਦਾ ਨਤੀਜਾ ਕੀ ਨਿਕਲੇਗਾ ਕਿ 3 ਦੀ ਜਗ੍ਹਾ 30 ਜਿਹੜੇ ਕਾਂਗਰਸੀ ਐਮਐਲਏ ਨੇ ਉਹ ਉਲਟ ਹੋ ਜਾਣਗੇ, ਉਹ ਹੋਰ ਉਲਟ ਹੋ ਜਾਣਗੇ ਕਿ ਸਾਡੇ ਉੱਤੇ ਤੁਸੀਂ ਨਵੇਂ ਬੰਦੇ ਜਿਹੜੇ ਨੇ ਇਦਾਂ ਦੇ ਬਿਠਾ ਕੇ ਜਿਹੜੇ ਨੇ ਉਹ ਲਾ ਰਹੇ। ਹੁਣ ਰਾਣਾ ਗੁਰਜੀਤ ਨੇ, ਉਹਨਾਂ ਦਾ ਕੀ ਬਣੇਗਾ? ਉਹ ਵੱਡਾ ਸਵਾਲ ਜਿਹੜਾ ਹੈਗਾ ਕਾਂਗਰਸ ਦੇ ਵਿੱਚੋਂ ਉੱਭਰਨੇ ਸ਼ੁਰੂ ਹੋਣਗੇ। ਹੋਰ ਬਗਾਵਤਾਂ ਜਿਹੜੀਆਂ ਨੇ ਕਾਂਗਰਸ ਦੇ ਵਿੱਚ ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਹੋ ਸਕਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਨੂੰ ਆਪਣੀ ਕਾਰਗੁਜ਼ਾਰੀ ਦੇ ਉੱਤੇ, ਆਪਣੀ ਜੋ ਉਹਨਾਂ ਦਾ ਦਿਨਚਰਿਆ ਹੈ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ, ਉਹਦੇ ਉੱਤੇ ਜਿਹੜਾ ਹੈਗਾ ਸੋਚਣਾ ਚਾਹੀਦਾ ਔਰ ਉਸ ਨੂੰ ਠੀਕ ਕਰਨਾ ਚਾਹੀਦਾ। ਔਰ ਜੋ ਇਸ ਵੇਲੇ ਲੋਕਾਂ ਦੀ ਡਿਮਾਂਡ ਹੈ, ਖਾਸ ਤੌਰ ਤੇ ਜੇ ਆਪਾਂ ਅੱਜ ਨੌਜਵਾਨਾਂ ਦੀ ਗੱਲ ਕਰੀਏ, ਕਿਸਾਨਾਂ ਦੀ ਗੱਲ ਕਰੀਏ, ਜਾਂ ਹੋਰ ਜਿਹੜੇ ਬੁਨਿਆਦੀ ਮੁੱਦਿਆਂ ਦੀ ਗੱਲ ਕਰੀਏ, ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਬਾਰੇ ਸੋਚਣ ਦੀ ਲੋੜ ਹੈ ਔਰ ਆਪਣੇ ਜਿਹੜੇ ਵਾਅਦੇ ਪੂਰੇ ਕਰਨੇ ਨੇ ਉਹਨਾਂ ਦੇ ਬਾਰੇ ਗੱਲ ਕਰਨ ਦੀ ਲੋੜ ਹੈ। ਔਰ ਇਸ ਵੇਲੇ ਕਰੋਨਾ ਦਾ ਦੌਰ ਚੱਲ ਰਿਹਾ, ਕਰੋਨਾ ਦੇ ਵਿੱਚ ਕਿਵੇਂ ਹਸਪੀਟਲਸ ਬਣਾਉਣੇ ਆ ਪੰਜਾਬ ਦੇ ਵਿੱਚ, ਕਿਵੇਂ ਦਵਾਈਆਂ ਲੈ ਕੇ ਆਕਸੀਜਨ ਦਾ ਪ੍ਰਬੰਧ ਕਰਨਾ, ਆਕਸੀਜਨ ਦੇ ਪਲਾਂਟ ਕਿਵੇਂ ਲਵਾਏ ਜਾਣ। ਸੋ ਇਦਾਂ ਦੇ ਜਿਹੜੀਆਂ ਨੇ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨੇ। ਕਿਤੇ ਦੂਜੇ ਪਾਸੇ ਕੀ ਹੋ ਰਿਹਾ ਕਿ ਕੈਪਟਨ ਸਾਹਿਬ ਜਿਹੜੇ ਨੇ ਇਸ ਨੂੰ ਸਾਰੀ ਚੀਜ਼ ਨੂੰ ਟਵਿਲਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਇਦਾਂ ਹੀ ਉਹ ਆਪਣੇ 22 ਤੱਕ ਆਪਣਾ ਸਮਾਂ ਪਾਸ ਕਰਨਾ ਚਾਹੁੰਦੇ ਨੇ ਔਰ ਕਰਨਾ ਕੁਝ ਨਹੀਂ ਚਾਹੁੰਦੇ, ਕੰਮ ਕੁਝ ਨਹੀਂ ਕਰਨਾ ਚਾਹੁੰਦੇ। ਸੋ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਜੇ ਹਾਈ ਕਮਾਂਡ ਸਿਆਣੀ ਹੋਏਗੀ ਤਾਂ ਲਾਜ਼ਮੀ ਤੌਰ ਤੇ ਵੱਡੇ ਸਵਾਲ ਜਿਹੜੇ ਨੇ ਕੈਪਟਨ ਸਾਹਿਬ ਨੂੰ ਪੁੱਛੇ ਜਾ ਸਕਦੇ ਨੇ, ਪੁੱਛਣੇ ਚਾਹੀਦੇ ਨੇ, ਔਰ ਉਹਨਾਂ ਨੂੰ ਆਪਣੀ ਕਾਰਗੁਜ਼ਾਰੀ ਸਹੀ ਕਰਨ ਦੀ ਜਿਹੜੀ ਹੈਗੀ ਹੈ ਉਹ ਨਸੀਹਤ ਦੇਣੀ ਚਾਹੀਦੀ ਹੈ। ਇਸ ਵੇਲੇ ਲੋੜ ਹੈ ਹਾਈ ਕਮਾਂਡ ਦੀ ਕਿ ਹਾਈ ਕਮਾਂਡ ਨੂੰ ਉਹਨਾਂ ਨੂੰ ਸ਼ੀਸ਼ਾ ਦਿਖਾਵੇ ਕੈਪਟਨ ਸਾਹਿਬ ਨੂੰ ਕਿ ਭਾਈ ਤੁਸੀਂ ਆਹ ਕੰਮ ਤੇ ਤੁਹਾਡੇ ਖਿਲਾਫ ਆਹ ਜਿਹੜੀਆਂ ਨੇ ਆਵਾਜ਼ਾਂ ਉੱਠੀਆਂ ਨੇ ਕਿ ਤੁਸੀਂ ਇਹਨਾਂ ਸਵਾਲਾਂ ਦਾ ਜਵਾਬ ਕਿਵੇਂ ਦਿੰਦੇ ਹੋ। ਸੋ ਇਸ ਕਰਕੇ ਹਾਈ ਕਮਾਂਡ ਦੀ ਅੱਜ, ਜੇ ਹਾਈ ਕਮਾਂਡ ਨੇ ਅੱਗੇ ਵਧਣਾ ਹੈ, ਜੇ 24 ਦੇ ਵਿੱਚ ਮੋਦੀ ਸਾਹਿਬ ਨੂੰ ਟੱਕਰ ਦੇਣੀ ਹੈ, ਤਾਂ ਲਾਜ਼ਮੀ ਤੌਰ ਤੇ ਆਪਣੇ ਵੱਡੇ ਲੀਡਰ ਜਿਹੜੇ ਇਸ ਕਿਸਮ ਦੇ ਲੀਡਰ ਨੇ ਉਹਨਾਂ ਦੇ ਉੱਤੇ ਸਵਾਲ ਚੁੱਕਣੇ ਬਹੁਤ ਜ਼ਰੂਰੀ ਨੇ। ਸੋ ਉਹਨਾਂ ਨੂੰ ਜੇ ਲੋੜ ਪਵੇ ਤਾਂ ਬਦਲਿਆ ਵੀ ਜਾ ਸਕਦਾ ਹੈ। ਸੋ ਇਦਾਂ ਦੇ ਫੈਸਲੇ ਹਾਈ ਕਮਾਂਡ ਨੂੰ ਲੈਣੇ ਪੈਣਗੇ, ਵੱਡੇ ਫੈਸਲੇ ਲੈਣੇ ਪੈਣਗੇ ਜੇ ਉਹ ਆਪਣੀ ਛਵੀ 24 ਦੇ ਵਿੱਚ ਸਹੀ ਕਰਨਾ ਚਾਹੁੰਦੀ ਹੈ। ਜੇ ਨਹੀਂ ਕਰੇਗੀ ਤਾਂ ਲਾਜ਼ਮੀ ਤੌਰ ਤੇ ਜੋ 5 ਸੂਬਿਆਂ 'ਚ ਹੋਇਆ ਉਹੀ ਲਗਭਗ ਆਉਣ ਵਾਲੀਆਂ ਦਿਨਾਂ ਦੇ ਵਿੱਚ ਬਾਕੀ ਸੂਬਿਆਂ 'ਚ ਜਿੱਥੇ ਇਲੈਕਸ਼ਨਾਂ ਹੋਣਗੀਆਂ ਉਹੀ ਹਾਲ ਜੋ 5 ਸੂਬਿਆਂ 'ਚ ਹੋਇਆ ਉਹੀ ਹਾਲ ਇਹਨਾਂ ਸੂਬਿਆਂ ਦੇ ਵਿੱਚ ਵੀ ਹੋ ਸਕਦਾ ਹੈ। ਕਾਂਗਰਸ ਦਾ ਸੁਖਵਿੰਦਰ ਜੀ, ਡਾਕਟਰ ਸਾਹਿਬ ਕੀ ਲੱਗਦਾ ਕਿ ਖਬਰ ਨਿਕਲ ਕੇ ਵੀ ਸਾਹਮਣੇ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪੇਸ਼ਗੀ ਤੋਂ ਪਹਿਲਾਂ ਹੀ ਜਿਹੜਾ ਰਿਪੋਰਟ ਹੈ ਐਮਪੀਜ਼ ਤੇ ਵਿਧਾਇਕਾਂ ਦੀ ਤੇ ਮੰਤਰੀਆਂ ਦੀ ਤੇ ਸਾਬਕਾ ਪ੍ਰਧਾਨਾਂ ਦੀ ਤੇ ਹਾਰੇ ਹੋਏ ਆਗੂਆਂ ਦੀ ਜਿਹੜੀ ਰਿਪੋਰਟ ਪੂਰੀ ਤਿਆਰ ਹੋਇਆ, ਪੂਰਾ ਖਰੜਾ ਜਿਹੜਾ ਤਿਆਰ ਹੋਇਆ, ਉਹ ਕਹਿੰਦੇ ਕਿ ਕੈਪਟਨ ਦੇ ਪੇਸ਼ ਹੋਣ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਪੇਸ਼ ਕਰ ਦਿੱਤਾ ਗਿਆ। ਕੀ ਇਹਦੇ ਵਿੱਚ ਰਿਪੋਰਟ ਦੇ ਵਿੱਚ ਲਿਖਿਆ ਗਿਆ, ਕਿਹਦੇ ਹੱਕ ਦੇ ਵਿੱਚ ਰਿਪੋਰਟ ਜਾਂਦੀ ਦਿਖਾਈ ਦੇ ਰਹੀ ਹੈ ਜੇਕਰ ਅੰਦਰਲੇ ਸੂਤਰਾਂ ਜਿਹੜੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ? ਜੀ ਸੁਖਵਿੰਦਰ ਜੀ, ਜੇ ਆਪਾਂ ਅੰਦਰਲੇ ਸੂਤਰਾਂ ਤੋਂ ਦੇਖਦੇ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਬਗਾਵਤੀ ਸੁਰਾਂ ਨਜ਼ਰ ਆ ਰਹੀਆਂ ਨੇ ਔਰ ਵੱਡੇ ਪੱਧਰ ਤੇ, ਇਹ ਨਹੀਂ ਕਿ ਕਈ ਵਾਰੀ ਹੁੰਦਾ ਕਿ ਇੱਕ ਬੰਦਾ ਬੋਲਿਆ, 2 ਵਿਧਾਇਕ 4 ਵਿਧਾਇਕ ਬੋਲੇ। ਇਹਦੇ ਵਿੱਚ ਤਾਂ ਤੁਸੀਂ ਦੇਖੋਗੇ ਕਿ 80 ਦੇ ਵਿੱਚੋਂ 60 ਜਿਹੜੇ ਨੇ ਉਹ ਵਿਧਾਇਕ ਸਿੱਧੇ ਤੌਰ ਤੇ ਜਿਹੜੇ ਨੇ ਕੈਪਟਨ ਸਾਹਿਬ ਦੇ ਖਿਲਾਫ ਉੱਠਦੇ ਨਜ਼ਰ ਆ ਰਹੇ ਨੇ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਜਿਹੜੇ ਪੁਰਾਣੇ
ਵਿਧਾਇਕ ਵੀ ਨੇ, ਜਿਹੜੇ ਹਾਰੇ ਹੋਏ ਵਿਧਾਇਕ ਵੀ ਨੇ, ਉਹਨਾਂ ਨਾਲ ਵੀ ਜਦੋਂ ਗੱਲ ਕੀਤੀ ਗਈ, ਜਾਂ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਪ੍ਰਧਾਨ ਨੇ ਉਹਨਾਂ ਨਾਲ ਵੀ ਜਦੋਂ ਗੱਲ ਕੀਤੀ ਗਈ ਕਾਂਗਰਸ ਦਿਆਂ ਨਾਲ, ਤਾਂ ਉਹਨਾਂ ਨੇ ਵੀ ਕੋਈ ਬਹੁਤਾ ਹਾਂ ਦੇ ਵਿੱਚ ਹਾਂ ਜਿਹੜਾ ਹੈਗਾ ਕੈਪਟਨ ਸਾਹਿਬ ਦੇ ਵਿੱਚ ਨਹੀਂ ਮਿਲਾਈ। ਉਹਨਾਂ ਨੇ ਵੀ ਬਹੁਤ ਸਵਾਲ ਜਿਹੜੇ ਨੇ ਉਹ ਚੁੱਕੇ, ਖਾਸ ਤੌਰ ਤੇ ਜਿਹੜਾ ਕੈਪਟਨ ਸਾਹਿਬ ਦਾ ਬਿਹੇਵੀਅਰ ਰਿਹਾ, ਇਹਦੇ ਤੇ ਸਾਨੂੰ ਬਹੁਤ ਜ਼ਿਆਦਾ ਫੋਕਸ ਕਰਨਾ ਪਏਗਾ ਕਿ ਭਾਰਤ ਦਾ ਕੋਈ ਵੀ ਮੁੱਖ ਮੰਤਰੀ ਅੱਜ ਐਸਾ ਨਹੀਂ ਹੈ, ਚਾਹੇ ਉਹ ਕਾਂਗਰਸ ਦਾ ਹੋਵੇ, ਚਾਹੇ ਉਹ ਬੀਜੇਪੀ ਦੀਆਂ ਸਟੇਟਾਂ ਹੋਣ, ਚਾਹੇ ਉਹ ਹੋਰ ਜਿਹੜੀਆਂ ਰੀਜਨਲ ਪਾਰਟੀ ਦੀਆਂ ਜਿਹੜੇ ਦੇ ਸੱਤਾ ਹੋਵੇ, ਅੱਜ ਤੱਕ ਜਿਹੜਾ ਹੈਗਾ ਕਰੋਨਾ ਦੌਰ ਦੇ ਵਿੱਚ ਕੋਈ ਵੀ ਐਸਾ ਮੁੱਖ ਮੰਤਰੀ ਅਸੀਂ ਨਹੀਂ ਦੇਖਿਆ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਨੇ ਇੱਕ ਜਗ੍ਹਾ ਬੈਠ ਕੇ, ਪਹਾੜਾਂ 'ਚ ਹੀ ਬੈਠ ਕੇ ਸਾਰਾ ਜਿਹੜਾ ਹੈਗਾ ਕਰੋਨਾ ਦੌਰ ਕੱਢ ਦਿੱਤਾ ਹੋਵੇ, ਉਹ ਇੱਕ ਵਾਰੀ ਵੀ ਗਰਾਊਂਡ ਜ਼ੀਰੋ ਤੇ ਨਾ ਆਏ ਹੋਣ। ਸੋ ਕੋਈ ਵੀ ਇਦਾਂ ਦਾ ਨਹੀਂ ਹੈ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਭਿਅੰਕਰ ਜਿਹੜਾ ਹੈਗਾ ਅਸੀਂ ਸਮਾਂ ਦੇਖਿਆ ਹੈ, ਔਰ ਇਸ ਸਦੀ ਦਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਡੀ ਮਹਾਮਾਰੀ ਪਈ ਹੈ। ਇਹਦੇ ਬਾਵਜੂਦ ਕੈਪਟਨ ਸਾਹਿਬ ਆਪਣੇ ਦੇ ਵਿੱਚ ਹੋਰ ਕੀ ਕੁਝ ਦੱਸਿਆ ਇਹੀ ਗੱਲਾਂ ਉਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਚੁੱਕੀਆਂ ਗਈਆਂ। ਇੱਕ ਤਾਂ ਪਹਿਲੀ ਗੱਲ ਤਾਂ ਕਿ ਉਹ ਕਿਉਂ ਨਹੀਂ ਮਿਲਦੇ, ਉਹ ਲੋਕਾਂ ਨੂੰ, ਵਲੰਟੀਅਰਸ ਨੂੰ ਕਿਉਂ ਨਹੀਂ ਮਿਲਦੇ, ਐਮਐਲਏ ਸਾਹਿਬਾਨ ਨੂੰ ਕਿਉਂ ਨਹੀਂ ਮਿਲਦੇ। ਦੂਜਾ ਹੈ ਕਿ ਉਹ ਆਪਣੇ ਵਾਅਦੇ ਜਿਹੜੇ ਨੇ ਕਿਉਂ ਨਹੀਂ ਪੂਰੇ ਕਰ ਰਹੇ। ਔਰ ਤੁਸੀਂ ਧੀਮਾਨ ਸਾਹਿਬ ਦੀਆਂ ਆਪਾਂ ਨੇ ਪਿਛਲੇ ਦਿਨਾਂ ਦੇ ਵਿੱਚ ਸੁਣੀਆਂ ਹੋਣਗੀਆਂ ਕਿ ਵੱਡੇ ਵੱਡੇ ਵਾਅਦੇ ਕਰਕੇ ਜਿਹੜੇ ਕੈਪਟਨ ਸਾਹਿਬ ਆਏ ਸੀਗੇ ਉਹ ਪੂਰੇ ਕਿਉਂ ਨਹੀਂ ਹੋਏ ਹੁਣ ਤੱਕ, ਔਰ ਕਿਉਂ ਨਹੀਂ ਉਹ ਅਗਲੇ ਦਿਨਾਂ ਦੇ ਵਿੱਚ ਕਰ ਰਹੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਤੁਸੀਂ ਦੇਖੋਗੇ ਕਿ ਉਹਨਾਂ ਦੇ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਕਿ ਐਜ਼ ਏ ਸ਼ਖਸੀਅਤ ਦੇ ਤੌਰ ਤੇ ਜੋ ਉਹਨਾਂ ਦੇ ਵਿੱਚ ਨੁਕਸ ਨੇ ਉਹ ਵੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ, ਔਰ ਬਾਰ-ਬਾਰ ਜਿਹੜੇ ਨੇ ਕੈਪਟਨ ਸਾਹਿਬ ਜਿਹੜੇ ਨੇ ਘਿਰਦੇ ਨਜ਼ਰ ਆ ਰਹੇ ਨੇ। ਇਹਦੇ ਵਿੱਚ ਤੁਸੀਂ ਦੇਖੋਗੇ ਇਸ ਰਿਪੋਰਟ ਦੇ ਵਿੱਚ ਜਿਹੜਾ ਮੈਂ ਇਹੀ ਗੱਲ ਕਹਿਣੀ ਕਿ ਇਸ ਰਿਪੋਰਟ ਦੇ ਵਿੱਚ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੇ ਹਾਈ ਕਮਾਂਡ ਕਰਨ ਦੀ ਕੋਸ਼ਿਸ਼ ਕਰੇਗੀ, ਖਾਸ ਤੌਰ ਤੇ ਜੇ ਰਾਹੁਲ ਜੀ ਇਸ ਸਾਰੀ ਰਿਪੋਰਟ ਨੂੰ ਪੜ੍ਹਨਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਚੁੱਕਣ ਦੀਆਂ ਸੰਭਾਵਨਾਵਾਂ ਕਿਉਂ ਨਹੀਂ ਹੋਣਗੀਆਂ, ਬਿਲਕੁਲ ਹੋਣਗੀਆਂ। ਔਰ ਜੇ ਇਹ ਰਾਹੁਲ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਇਸ ਰਿਪੋਰਟ ਦੇ ਰਾਹੀਂ ਜਿਹੜੇ ਨੇ ਉਹ ਬਦਲੇ ਵੀ ਜਾ ਸਕਦੇ ਨੇ। ਉਹਨਾਂ ਦੀ ਜਗ੍ਹਾ ਜਿਹੜੇ ਨਵਾਂ ਜਿਹੜਾ ਹੈਗਾ ਜੇ ਵੱਡਾ ਇਰਾਦਾ ਕਰਦੀ ਹੈ, ਜੇ ਨਹੀਂ, ਬਿਲਕੁਲ ਮੈਨੂੰ ਇਹ ਲੱਗਦਾ ਕਿ ਜੇ ਹਾਈ ਕਮਾਂਡ, ਜੇ ਖਾਸ ਤੌਰ ਤੇ ਜੇ ਰਾਹੁਲ ਜੀ ਚਾਹਣ ਤਾਂ ਲਾਜ਼ਮੀ ਤੌਰ ਤੇ ਕੋਈ ਨਵਾਂ ਬਦਲ ਜਿਹੜਾ ਹੈਗਾ, ਨਵੇਂ ਲੋਕ ਜਿਹੜੇ ਨੇ ਅੱਗੇ ਕੀਤੇ ਜਾ ਸਕਦੇ ਨੇ 22 ਦੇ ਵਾਸਤੇ ਵੀ, ਔਰ ਪਹਿਲਾਂ ਵੀ ਕੀਤੇ ਜਾਏ। ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੇ ਆਪਣੀ ਸ਼ਾਖ ਬਚਾਉਣੀ ਚਾਹੁੰਦੀ ਹੈ ਕਾਂਗਰਸ ਤਾਂ ਉਹਨੂੰ ਲਾਜ਼ਮੀ ਤੌਰ ਤੇ ਚੀਜ਼ਾਂ ਜਿਹੜੀਆਂ ਨੇ ਬਦਲਣੀਆਂ ਪੈਣਗੀਆਂ, ਨਹੀਂ ਤਾਂ ਉਹੀ ਹਾਲ ਹੋਏਗਾ। ਅੱਧ ਤੋਂ ਜ਼ਿਆਦਾ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੁਗਤੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਹਨਾਂ ਨੇ ਸ਼ਿਕਾਇਤਾਂ ਦਿੱਤੀਆਂ ਨੇ, ਤਾਂ ਫਿਰ ਨਵਜੋਤ ਸਿੰਘ ਸਿੱਧੂ ਦਾ ਪਲੜਾ ਇਸ ਤਰੀਕੇ ਦੇ ਨਾਲ ਭਾਰੀ ਨਜ਼ਰ ਆ ਰਿਹਾ। ਬਿਲਕੁਲ ਤੁਸੀਂ ਦੇਖੋਗੇ ਕਿ ਜੇ ਇਹਦਾ ਆਪਾਂ ਰਿਜ਼ਲਟ ਕੱਢੀਏ ਸਾਰੀ ਰਿਪੋਰਟ ਦਾ, ਤਾਂ ਇੱਥੋਂ ਪਤਾ ਲੱਗ ਰਿਹਾ ਕਿ ਨਵਜੋਤ ਸਿੰਘ ਸਿੱਧੂ ਸਹੀ ਸਵਾਲ ਉਠਾ ਰਹੇ ਨੇ, ਉਹਨਾਂ ਨੇ ਸਹੀ ਸਮੇਂ ਦੇ ਉੱਤੇ ਸਹੀ ਸਵਾਲ ਉਠਾਏ, ਔਰ ਕਾਂਗਰਸ ਦੇ ਵਿੱਚ ਉਹਨਾਂ ਦੀ ਜਿਹੜੀ ਕੱਦ ਹੈ ਹੋਰ ਵੱਡਾ ਹੋਣਾ ਚਾਹੀਦਾ, ਕਿਉਂਕਿ ਉਹਨਾਂ ਨੇ ਆਪਣਾ ਅਹੁਦੇ ਛੱਡੇ ਨੇ, ਆਪਣੀਆਂ ਮਿਨਿਸਟਰੀਆਂ ਛੱਡੀਆਂ ਨੇ, ਆਪਣਾ ਬਹੁਤ ਕੁਝ ਉਹਨਾਂ ਨੇ ਦਾਅ ਤੇ ਲਾਇਆ। ਆਪਣੀ ਸਿਹਤ, ਵੱਡੀ ਗੱਲ ਹੈ ਕਿ ਆਪਣੀ ਸਿਹਤ ਉਹਨਾਂ ਨੇ ਦਾਅ ਤੇ ਲਾਈ। ਸੋ ਇਸ ਕਰਕੇ ਜੇ ਆਪਾਂ ਇਸ ਸਾਰੀ ਰਿਪੋਰਟ ਨੂੰ ਘੋਖਣ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ, ਤਾਂ ਪਲੜਾ ਜਿਹੜਾ ਹੈਗਾ ਕੈਪਟਨ ਸਾਹਿਬ ਦੀ ਬਜਾਏ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਸਾਰੇ ਜਿਹੜੇ ਬਾਕੀ ਵਿਰੋਧੀ ਨੇ ਉਹਨਾਂ ਦਾ ਪਲੜਾ ਭਾਰੀ ਨਜ਼ਰ ਆ ਰਿਹਾ। ਔਰ ਕੈਪਟਨ ਸਾਹਿਬ ਦਾ ਜਿਹੜਾ ਪਲੜਾ ਹੈ ਉਹ ਕਿਤੇ ਨਾ ਕਿਤੇ ਜਾ ਕੇ ਹੁਣ ਮੈਨੂੰ ਲੋਕਾਂ ਨੂੰ ਇਹ ਲੱਗ ਰਿਹਾ, ਹੁਣ ਵਿਧਾਇਕਾਂ ਨੂੰ, ਹੁਣ ਮਿਨਿਸਟਰਾਂ ਨੂੰ ਇਹ ਲੱਗ ਰਿਹਾ ਹੈ ਕਿ ਹੁਣ ਉਹ ਗੱਲ ਨਹੀਂ ਰਹੀ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਦੇ ਵਿੱਚ ਜਿਹੜੀ 2002 ਔਰ 7 ਵਾਲੀ ਸੀਗੀ। ਸੋ ਇਸ ਕਰਕੇ ਇੱਕ ਵੱਡਾ ਅੰਤਰ ਇਸ ਵੇਲੇ ਵਿਧਾਇਕਾਂ ਨੂੰ, ਮਿਨਿਸਟਰਾਂ ਨੂੰ ਔਰ ਬਾਕੀ ਜਿਹੜੇ ਕਾਂਗਰਸ ਦੇ ਜਿਹੜੇ ਵਲੰਟੀਅਰ ਸਾਹਿਬਾਨ ਨੇ ਉਹਨਾਂ ਨੂੰ ਇਸ ਵੇਲੇ ਇਹੀ ਨਜ਼ਰ ਆ ਰਿਹਾ ਕਿ ਇਸ ਵੇਲੇ ਸਾਡਾ ਜਿਹੜਾ ਕੈਪਟਨ ਹੈ ਜੇ ਬਦਲਿਆ ਜਾਏ ਤਾਂ ਉਹਦਾ ਫਾਇਦਾ ਜਿਹੜਾ ਹੈਗਾ ਕਾਂਗਰਸ ਨੂੰ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆਉਂਦੀਆਂ ਨੇ। ਸੁਖਵਿੰਦਰ ਜੀ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਰਾਜਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ तमाम ਖਬਰਾਂ ਦੇ ਉੱਪਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।